ਸਤਿ ਸ੍ਰੀ ਅਕਾਲ। ਮੈਂ ਹਾਂ ਚੰਚਲ ਮਨੋਹਰ ਸਿੰਘ। ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ। ਆਪ ਸਭ ਜੀ ਦਾ ਬਹੁਤ ਬਹੁਤ ਸਵਾਗਤ ਹੈ। ਚਰਚਾ ਕਰਾਂਗੇ ਕਿ ਭਾਰਤ ਸਰਕਾਰ ਨੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਯੂਨਾਈਟਿਡ ਕਿੰਗਡਮ ਯਾਨੀ ਕਿ 4 ਮੁਲਕਾਂ ਦੀਆਂ ਸਰਕਾਰਾਂ ਕੋਲ ਆਪਣਾ ਰੋਸ ਪ੍ਰਗਟ ਕੀਤਾ ਕਿ ਉੱਥੇ ਜੋ ਖਾਲਿਸਤਾਨ ਦੀਆਂ ਗਤੀਵਿਧੀਆਂ ਉਹਨਾਂ ਨੂੰ ਕਿਸੇ ਤਰ੍ਹਾਂ ਰੋਕਿਆ ਜਾਏ। ਇਹ ਅੱਤਵਾਦੀ ਹਨ, ਕੱਟੜਪੰਥੀ ਹਨ, ਖਾਲਿਸਤਾਨੀ ਹਨ ਅਤੇ ਇਹਨਾਂ ਮੁਲਕਾਂ ਨੂੰ ਉਹਨਾਂ ਨੇ ਠੰਡੀ ਜਿਹੀ ਧਮਕੀ ਵੀ ਦਿੱਤੀ ਹੈ ਕਿ ਜੇਕਰ ਇਹ ਐਕਟੀਵਿਟੀਜ਼ ਖਾਲਿਸਤਾਨ ਦੀਆਂ ਬੰਦ ਨਹੀਂ ਹੁੰਦੀਆਂ ਤਾਂ ਇਹਨਾਂ 4 ਮੁਲਕਾਂ ਨਾਲ ਭਾਰਤ ਦੇਸ਼ ਦੇ ਸਬੰਧਾਂ ਵਿੱਚ ਕੁਝ ਕੁੜੱਤਣ ਪੈਦਾ ਹੋ ਸਕਦੀ ਹੈ ਅਤੇ ਕੁਝ ਸਬੰਧਾਂ ਵਿੱਚ ਵਿਗਾੜ ਵੀ ਆ ਸਕਦਾ ਹੈ। ਇਹ ਗੱਲ ਦੇਸ਼ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਜੀ ਬਾਰ-ਬਾਰ ਕਹਿ ਰਹੇ ਹਨ, ਪਰ ਇਹਨਾਂ 4 ਮੁਲਕਾਂ ਵਿੱਚ ਇਸ ਮੁਲਕ ਯਾਨੀ ਭਾਰਤ ਵੱਲੋਂ ਦਿੱਤੀਆਂ ਧਮਕੀਆਂ ਦਾ ਕੋਈ ਅਸਰ ਨਹੀਂ ਹੋ ਰਿਹਾ। ਖਾਲਿਸਤਾਨੀਆਂ ਦੀਆਂ ਗਤੀਵਿਧੀਆਂ ਵੀ ਉੱਦਾਂ ਚੱਲ ਰਹੀਆਂ ਔਰ ਜਿਹੜੀ ਘਟਨਾ 2 ਜੁਲਾਈ ਨੂੰ ਸਾਨ ਫਰਾਂਸਿਸਕੋ ਵਿੱਚ ਹੋਈ ਹੈ ਉਸਨੇ ਤਾਂ ਹੱਦਾਂ ਹੀ ਪਾਰ ਕਰ ਲਈਆਂ। ਜਿਹੜਾ ਭਾਰਤ ਦਾ ਕੌਂਸੂਲੇਟ ਜਿਹਨੂੰ ਅਸੀਂ ਦੂਤਾਵਾਸ ਕਹਿੰਦੇ ਹਾਂ, ਜਿੱਥੇ ਕਿ ਲੋਕ ਵੀਜ਼ੇ ਲੈਣ ਜਾਂਦੇ ਨੇ, ਉਸ ਨੂੰ 2 ਤਰੀਕ ਸ਼ਾਮ ਨੂੰ ਅੱਗ ਲਗਾ ਦਿੱਤੀ ਗਈ। ਅੱਗ ਲਾਉਣ ਦੀ ਹਰਕਤ ਅਮਰੀਕਾ ਦੇ ਕਾਨੂੰਨਾਂ ਮੁਤਾਬਕ ਸਜ਼ਾ ਯਾਫਤਾ ਹੈ। ਅਮਰੀਕਾ ਦਾ ਕੋਈ ਕਾਨੂੰਨ ਇਹ ਅਲਾਓ ਨਹੀਂ ਕਰਦਾ ਕਿ ਵਿਦੇਸ਼ੀ ਦੂਤਾਵਾਸਾਂ ਉੱਤੇ ਹਮਲਾ ਕੀਤਾ ਜਾਏ, ਅੱਗਾਂ ਲਾਈਆਂ ਜਾਣ, ਤੋੜ ਭੰਨ ਦੀਆਂ ਐਕਟੀਵਿਟੀਆਂ ਕੀਤੀਆਂ ਜਾਣ। ਔਰ ਇਸ ਸਿਲਸਿਲੇ ਵਿੱਚ USA ਦੇ ਡਿਪਾਰਟਮੈਂਟ ਆਫ ਸਟੇਟ ਯਾਨੀ ਉੱਥੋਂ ਦੀ ਹੋਮ ਮਿਨਿਸਟਰੀ ਕਹੀਏ ਦੇ ਸਪੋਕ ਪਰਸਨ ਬੁਲਾਰੇ ਨੇ, ਉਹਨਾਂ ਮੈਥਿਊ ਮਿਲਰ ਨੇ ਟਵੀਟ ਕੀਤਾ ਹੈ ਕਿ ਜੋ ਕੁਝ ਸਾਨ ਫਰਾਂਸਿਸਕੋ ਵਿੱਚ ਖਾਲਿਸਤਾਨੀਆਂ ਨੇ ਕੀਤਾ ਹੈ ਇਹ ਅਮਰੀਕਾ ਦੇ ਕਾਨੂੰਨਾਂ ਮੁਤਾਬਕ ਕ੍ਰਿਮੀਨਲ ਅਫੈਂਸ ਹੈ ਔਰ ਇਸ ਉੱਪਰ ਉੱਥੋਂ ਦੇ ਕਾਨੂੰਨ ਮੁਤਾਬਕ ਕਾਰਵਾਈ ਵੀ ਕੀਤੀ ਜਾਏਗੀ ਔਰ ਉਹਦੇ ਵਿੱਚ ਉਹਨਾਂ ਨੇ ਇਹਦੀ ਕੜੀ ਨਿੰਦਾ ਵੀ ਕੀਤੀ ਹੈ। ਇਹ ਘਟਨਾ ਜੋ ਵਾਪਰੀ ਹੈ ਜਦ ਕਿ 1 ਦਿਨ ਪਹਿਲੇ ਅਤੇ ਉਸ ਤੋਂ 3 ਦਿਨ ਪਹਿਲੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਨੇ ਇਹਨਾਂ 4 ਮੁਲਕਾਂ ਨੂੰ ਠੰਡੀਆਂ ਧਮਕੀਆਂ ਲਈ ਸੁਚੇਤ ਕੀਤਾ ਹੈ ਕਿ ਇਹਨਾਂ ਗਤੀਵਿਧੀਆਂ ਨੂੰ ਰੋਕਿਆ ਜਾਏ। ਪਰ ਖਾਲਿਸਤਾਨੀਆਂ 'ਤੇ ਇਹਨਾਂ ਧਮਕੀਆਂ ਦਾ ਅਸਰ ਤੇ ਕੀ ਹੋਣਾ, ਉਹ ਅੱਗੇ ਨਾਲੋਂ ਵੀ ਵੱਧ ਚੜ੍ਹ ਕੇ ਜੋ ਹੈ ਕਾਰਵਾਈਆਂ ਕਰਦੇ ਹਨ ਭੰਨ ਤੋੜ ਦੀਆਂ, ਜਿਹਦੀ ਸਭ ਤੋਂ ਜਿੰਦਾ ਮਿਸਾਲ ਸਾਨ ਫਰਾਂਸਿਸਕੋ ਵਿੱਚ ਦੇਖਣ ਵਿੱਚ ਮਿਲੀ ਹੈ। ਸਾਰੀ ਦੁਨੀਆ ਜਿਹਦੀਆਂ ਖਬਰਾਂ ਲੱਗ ਰਹੀਆਂ ਹਨ। ਹੁਣ ਜਿਹੜੀ ਅੱਜ ਅਖਬਾਰਾਂ ਵਿੱਚ ਛਪੀ ਹੈ, ਜਿਹੜੀ ਕੱਲ੍ਹ ਯਾਨੀ ਕਿ ਜੈ ਸ਼ੰਕਰ ਜੀ ਨੇ ਆਪਣੀ ਸਟੇਟਮੈਂਟ ਦਿੱਤੀ ਹੈ, ਉਹਦੇ ਵਿੱਚ ਉਹਨਾਂ ਨੇ ਕੈਨੇਡਾ ਵਿੱਚ ਜੋ ਖਾਲਿਸਤਾਨ ਦੇ ਝੰਡੇ ਤੇ ਪੋਸਟਰਾਂ ਦੀ ਡਿਸਪਲੇ ਹੋਈ ਹੈ ਉਹਦਾ ਉਹਨਾਂ ਨੇ ਸੰਕੇਤ ਕੀਤਾ ਹੈ ਅਤੇ ਉਸ ਨੂੰ ਉਹਨਾਂ ਨੇ ਕਿਹਾ ਵੀ ਭਾਰਤ ਇਹਨੂੰ ਬਰਦਾਸ਼ਤ ਨਹੀਂ ਕਰੇਗਾ। ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 25 ਜੂਨ ਨੂੰ ਜਦੋਂ ਹਰਦੀਪ ਸਿੰਘ ਨਿੱਜਰ ਖਾਲਿਸਤਾਨ ਟਾਈਗਰ ਫੋਰਸ ਦੇ
ਜਿਨ੍ਹਾਂ ਨੂੰ ਇੱਕ ਸ਼ੂਟ ਆਊਟ ਵਿੱਚ 18 ਜੂਨ ਨੂੰ ਮਾਰ ਦਿੱਤਾ ਗਿਆ ਸੀ, ਉਹਨਾਂ ਦਾ ਸੰਸਕਾਰ ਸੀਗਾ 25 ਜੂਨ ਨੂੰ ਸਰੀ ਵਿੱਚ। ਉਹਨਾਂ ਦੇ ਸੰਸਕਾਰ ਤੇ ਖਾਲਿਸਤਾਨੀ ਸਮਰਥਕ ਵੱਡੀ ਗਿਣਤੀ ਵਿੱਚ ਖੜੇ ਹੋਏ ਔਰ ਕਈ ਅਮਰੀਕਾ ਤੋਂ ਵੀ ਆਏ। ਉਹਨਾਂ ਨੇ ਪੀਲੇ ਝੰਡਿਆਂ ਦੀ ਪ੍ਰਦਰਸ਼ਨੀ ਕੀਤੀ, ਜਿਸਦੇ ਵਿੱਚ ਕਿ ਖਾਲਿਸਤਾਨ ਦੇ ਝੰਡੇ ਵੀ ਸਨ ਅਤੇ ਖਾਲਿਸਤਾਨ ਦੇ ਨਾਅਰੇ ਵੀ ਲੱਗੇ। ਔਰ ਉਸ ਨੂੰ ਦੇ ਰਿਐਕਸ਼ਨ ਵਿੱਚ ਇੰਡੀਆ ਨੇ ਕੈਨੇਡਾ ਨੂੰ ਤਾੜਨਾ ਵੀ ਕੀਤੀ। ਪਰ ਇਹਨਾਂ ਤਾੜਨਾ ਕਰਨ ਦਾ, ਇਹਨਾਂ ਮਿੱਠੀਆਂ ਧਮਕੀਆਂ ਦਾ ਵਿਦੇਸ਼ਾਂ ਦੀਆਂ ਸਰਕਾਰਾਂ 'ਤੇ ਕੋਈ ਅਸਰ ਨਹੀਂ ਹੋ ਰਿਹਾ। ਇਸ ਕਰਕੇ ਨਹੀਂ ਹੋ ਰਿਹਾ ਕਿ ਉੱਥੋਂ ਦੀ ਡੈਮੋਕ੍ਰੇਸੀ ਭਾਰਤ ਦੀ ਡੈਮੋਕ੍ਰੇਸੀ ਨਾਲੋਂ ਬਿਲਕੁਲ ਵਿਲੱਖਣ ਹੈ, ਵੱਖਰੀ ਹੈ। ਉੱਥੇ ਜੇਕਰ ਕੋਈ ਸ਼ਾਂਤਮਈ ਨਾਲ ਪ੍ਰੋਟੈਸਟ ਕਰਦਾ, ਕੋਈ ਮੰਗਾਂ ਮੰਗਦਾ, ਤਾਂ ਉਹਦੇ 'ਤੇ ਉੱਥੋਂ ਦੀ ਸਰਕਾਰ ਕੋਈ ਐਕਸ਼ਨ ਨਹੀਂ ਲੈਂਦੀ। ਔਰ ਇਹ ਜੋ ਕੁਝ ਇਹਨਾਂ ਨੇ ਕਿਹਾ ਹੈ, ਇਹ ਇਵੇਂ ਲੱਗਦਾ ਕਿ ਬਹੁਤਾ ਕੁਝ ਸਾਡੇ ਵਿਦੇਸ਼ ਮੰਤਰੀ ਭਾਰਤ ਵਿੱਚ ਜਿਹੜੇ ਲੋਕ ਹਨ ਉਹਨਾਂ ਦੀ ਕੰਜ਼ੰਪਸ਼ਨ ਲਈ ਕਹਿੰਦੇ ਹਨ, ਕਿਉਂਕਿ ਉੱਧਰ ਵਿੱਚ ਜੋ ਵੀ ਗਤੀਵਿਧੀਆਂ ਹੁੰਦੀਆਂ ਹਨ ਖਾਲਿਸਤਾਨ ਦੀਆਂ, ਉਹਨਾਂ ਦੀਆਂ ਖਬਰਾਂ ਇੱਥੋਂ ਦੀਆਂ ਨੈਸ਼ਨਲ ਅਖਬਾਰਾਂ ਵਿੱਚ ਵੀ ਲੱਗਦੀਆਂ ਹਨ ਅਤੇ ਰੀਜਨਲ ਅਖਬਾਰਾਂ ਵਿੱਚ ਵੀ ਲੱਗਦੀਆਂ ਹਨ। ਸੋ ਹਿੰਦੀ ਦੀਆਂ ਅਖਬਾਰਾਂ ਖਾਲਿਸਤਾਨ ਦੀ ਖਬਰਾਂ ਨੂੰ ਬਹੁਤ ਵਧਾ ਚੜਾ ਕੇ, ਚੱਕ ਕੇ, ਉਭਾਰ ਕੇ ਪਹਿਲੇ ਪੇਜ 'ਤੇ ਫੋਟੋਆਂ ਸਮੇਤ ਲਗਾਉਂਦੀਆਂ ਹਨ ਅਤੇ ਉਹਦੇ ਨਾਲ ਜਿਹੜੀ ਭਾਰਤ ਸਰਕਾਰ ਦੀ ਸਾਖ ਹੈ ਉਹਦੇ ਉੱਤੇ ਭੈੜਾ ਅਸਰ ਪੈਂਦਾ ਹੈ। ਉਸ ਅਸਰ ਨੂੰ ਨਿਊਟਰਲਾਈਜ਼ ਕਰਨ ਲਈ, ਨਾਲੇ ਉਹਨੂੰ ਧੋਣ ਲਈ ਕਹਿ ਦਈਏ, ਵਾਸ਼ ਕਰਨ ਲਈ ਕਹਿ ਦਈਏ, ਸਾਡਾ ਵਿਦੇਸ਼ ਮੰਤਰਾਲਾ ਫਿਰ ਆਪਣੀਆਂ ਸਟੇਟਮੈਂਟਾਂ ਇਸ਼ੂ ਕਰਦਾ ਔਰ ਉਹਨਾਂ ਦੇ ਅੰਬੈਸਡਰ ਅਤੇ ਹਾਈ ਕਮਿਸ਼ਨਰਾਂ ਨੂੰ ਬੁਲਾ ਕੇ ਉਹਨਾਂ ਨੂੰ ਇੱਕ ਜਿਹੜਾ ਉਹ ਚਿੱਠੀ ਫੜਾ ਦਿੰਦੇ ਨੇ ਕਿ ਵੀ ਇਹਦਾ ਸਾਡਾ ਰੋਸ ਦਰਜ ਕਰ ਲਓ। ਇਹ ਸਾਰੀਆਂ ਰਸਮਾਂ ਰੂਟੀਨ ਦੀਆਂ ਰਸਮਾਂ ਜਿਹੜੀਆਂ ਕਿ ਦੇਸ਼ ਦੀਆਂ ਸਰਕਾਰਾਂ ਅਤੇ ਉੱਥੋਂ ਦੇ ਜਿਹੜੇ ਦੂਤਾ ਘਰ ਹੁੰਦੇ ਹਨ ਉਹਨਾਂ ਵਿੱਚ ਇਹ ਆਮ ਆਦਾਨ ਪ੍ਰਦਾਨ ਚੱਲਦਾ ਹੈ। ਸੋ ਉਹਦਾ ਉਹਨਾਂ 'ਤੇ ਕੋਈ ਬਹੁਤਾ ਅਸਰ ਨਹੀਂ। ਉਹ ਚਿੱਠੀ ਲਿਜਾ ਕੇ ਆਪਣੇ ਦੇਸ਼ ਨੂੰ ਭੇਜ ਦਿੰਦੇ ਹਨ ਅਤੇ ਦੇਸ਼ ਦਾ ਫੋਰਨ ਸੈਕਟਰੀ, ਉਹਨਾਂ ਦਾ ਹੋਮ ਡਿਪਾਰਟਮੈਂਟ ਅਤੇ ਹੋਰ ਜੋ ਕ੍ਰਿਮੀਨਲ ਐਕਟੀਵਿਟੀ ਨਾਲ ਸੰਬੰਧਿਤ ਹਨ ਉਹਨਾਂ ਕੋਲ ਚਲੇ ਜਾਂਦੇ ਆ। ਸੋ ਜੋ ਖਾਲਿਸਤਾਨੀਆਂ ਨੇ, ਮੈਂ ਤਾਂ ਇਹ ਕਹਾਂਗਾ ਕਿ ਉਹਨਾਂ ਨੇ ਦੇਸ਼ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਨੂੰ ਇੱਕ ਜਵਾਬ ਰਾਹੀਂ ਦੱਸਿਆ ਕਿ ਅਸੀਂ ਤੁਹਾਡਾ ਰਾਜਦੂਤ ਜਿਹੜਾ ਤੁਹਾਡਾ ਕੰਸੂਲੇਟ ਹੈ ਉਹਨੂੰ ਵੀ ਭੰਨ ਤੋੜ ਸਕਦੇ ਹਾਂ। ਸੋ ਜਿਹੜੀ ਸਾਨ ਫਰਾਂਸਿਸਕੋ ਵਿੱਚ ਭਾਰਤ ਦੇ ਦੂਤਾਵਾਸ 'ਤੇ ਯਾਨੀ ਕੰਸੂਲੇਟ 'ਤੇ ਜੋ ਅੱਗ ਲਗਾਈ ਗਈ ਅਤੇ ਹਿੰਸਕ ਕਾਰਵਾਈ ਕੀਤੀ ਗਈ, ਭੰਨ ਤੋੜ ਦੀਆਂ ਕਾਰਵਾਈਆਂ ਕੀਤੀਆਂ ਗਈਆਂ, ਇਹ ਇੱਕ ਕਿਸਮ ਦਾ ਭਾਰਤ ਸਰਕਾਰ ਨੂੰ ਉੱਥੋਂ ਦੇ ਖਾਲਿਸਤਾਨੀਆਂ ਵਰਗੋਂ ਸੁਨੇਹਾ, ਜਿਸ 'ਤੇ ਹੁਣ ਨਵਾਂ ਕੀ ਮੈਸੇਜ ਅਮਰੀਕਾ ਨੂੰ ਦੇਣਗੇ ਇਹ ਕੱਲ੍ਹ ਪਤਾ ਲੱਗੇਗਾ, ਕਿਉਂਕਿ ਅੱਜ ਉਹਨਾਂ ਦੀਆਂ ਇੱਥੇ ਮੀਟਿੰਗਾਂ ਹੋਣਗੀਆਂ ਫੋਰਨ ਮਿਨਿਸਟਰੀ 'ਚ। ਉਸ ਤੋਂ ਬਾਅਦ USA ਨੂੰ ਕੁਛ ਨਾ ਕੁਛ ਚਿੱਠੀ ਪੱਤਰ ਭੇਜਿਆ ਜਾਏਗਾ। ਪਰ ਮੈਂ ਇੱਥੇ ਇੱਕ ਗੱਲ ਤੁਹਾਡੇ ਸੰਕੇਤ ਰੂਪ ਵਿੱਚ ਦੱਸਣਾ ਚਾਹੁੰਦਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਜੂਨ ਨੂੰ ਵਾਈਟ ਹਾਊਸ ਵਿੱਚ ਸਨ, ਤਾਂ ਉੱਥੇ ਵੀ ਖਾਲਿਸਤਾਨੀਆਂ ਨੇ ਇੱਕ ਮੁਜ਼ਾਹਰਾ ਕੀਤਾ, ਪ੍ਰੋਟੈਸਟ ਕੀਤਾ ਉਹਦੇ ਸਾਹਮਣੇ ਅਕ੍ਰਾਸ ਦੀ ਰੋਡ। ਉਹ ਥਾਂ ਉੱਥੇ ਨਿਸ਼ਚਿਤ ਹੈ ਅਮਰੀਕਾ 'ਚ ਕਿ ਤੁਸੀਂ ਵਾਈਟ ਹਾਊਸ ਦੇ ਸਾਹਮਣੇ ਆਪਣਾ ਸ਼ਾਂਤਮਈ ਪ੍ਰੋਟੈਸਟ ਕਰ ਸਕਦੇ ਹੋ, ਪਰ ਹਿੰਸਕ ਕਾਰਵਾਈ ਨਹੀਂ ਕਰ ਸਕਦੇ। ਉੱਥੇ ਜਿੱਥੇ ਖਾਲਿਸਤਾਨੀਆਂ ਨੇ ਪੂਰੇ ਨਾਅਰੇ ਲਾਏ, ਬਹੁਤ ਵੱਡੀ ਗਿਣਤੀ ਨਹੀਂ ਸੀ, ਪਰ ਸਿੰਬੋਲਿਕ ਤੌਰ 'ਤੇ ਤਾਂ ਇਹ ਕਿਹਾ ਜਾਂਦਾ ਹੈ ਕਿ ਖਾਲਿਸਤਾਨੀਆਂ ਨੇ ਉੱਥੇ ਮੋਦੀ ਸਰਕਾਰ ਵਿਰੁੱਧ, ਭਾਰਤ ਵਿਰੁੱਧ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵਿਰੁੱਧ
ਕਾਫੀ ਲੰਮੇ ਸਮੇਂ ਨਾਰੇ ਲਾਏ, ਉਹਨਾਂ ਕੋਲ ਲਾਊਡ ਸਪੀਕਰ ਵੀ ਸੀ। ਤੋ ਉੱਥੇ ਹੋਰ ਵੀ ਕਈ ਜਥੇਬੰਦੀਆਂ ਪ੍ਰੋਟੈਸਟ ਕਰ ਰਹੀਆਂ ਸੀ, ਜਿਵੇਂ ਅਮਰੀਕਾ ਦੀਆਂ ਹਿੰਦੂ ਹਿਊਮਨ ਰਾਈਟਸ ਜਿਹੜੀਆਂ ਪ੍ਰੋਟੈਕਸ਼ਨ ਵਾਲੀਆਂ NGOs ਹਨ, ਉਹਨਾਂ ਦੇ ਲੀਡਰ ਵੀ ਆ ਕੇ ਹਿੰਦੂ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ, ਉਹ ਕੋਈ ਖਾਲਿਸਤਾਨ ਨਹੀਂ ਮੰਗ ਰਹੇ ਸੀ, ਕੋਈ ਹਿੰਦੂ ਸਟੇਟ ਨਹੀਂ ਮੰਗ ਰਹੇ ਸੀ, ਪਰ ਹਿੰਦੁਸਤਾਨ ਵਿੱਚ ਜਿਹੜੀ ਹਿਊਮਨ ਰਾਈਟਸ ਨੂੰ ਜਿਹੜਾ ਕਿਲ ਕੀਤਾ ਜਾਂਦਾ ਹੈ ਔਰ ਜੇ ਉਹਨਾਂ ਨੂੰ ਦਬਾਇਆ ਜਾਂਦਾ ਹੈ ਔਰ ਉਹਨਾਂ ਨੂੰ ਜੇਲ੍ਹਾਂ 'ਚ ਪਾਇਆ ਜਾਂਦਾ, ਉਹਦੇ ਵਿਰੁੱਧ ਉਹ ਇੱਕ ਵੱਖਰਾ ਪ੍ਰੋਟੈਸਟ ਉਹਨਾਂ ਨੇ ਖਾਲਿਸਤਾਨੀਆਂ ਤੋਂ ਥੋੜ੍ਹੀ ਦੂਰ ਕੀਤਾ। ਉਹਦੀਆਂ ਅਸੀਂ ਵੀਡੀਓ ਵੀ ਪਾਈਆਂ ਔਰ ਅੱਜ ਵਾਲੀ ਵੀਡੀਓ ਵਿੱਚ ਅਸੀਂ ਇਹ ਰਿਪੀਟ ਵੀ ਕਰਾਂਗੇ, ਜਿਹੜੀ ਵੀਡੀਓ ਵਾਈਟ ਹਾਊਸ ਦੇ ਸਾਹਮਣੇ ਦੀ ਸਾਡੇ ਕੋਲ ਪਈ ਹੈ ਕਿ ਉੱਥੇ ਜੋ ਹੈ ਨਾਅਰੇਬਾਜ਼ੀ ਹੋਈ ਹੈ। ਪਰ ਇੰਡੀਆ ਜਿੱਦਾਂ ਦੀਆਂ ਧਮਕੀਆਂ ਜਾਂ ਚਿੱਠੀਆਂ ਕੈਨੇਡੀਅਨ ਗੌਰਮੈਂਟ ਨੂੰ ਲਿਖਦਾ ਜਾਂ ਕੈਨੇਡਾ ਨੂੰ ਲਿਖਦਾ, ਉੱਦਾਂ ਦੀਆਂ ਅਮਰੀਕਾ ਨੂੰ ਨਹੀਂ ਲਿਖਦਾ। ਜੇਕਰ ਵਾਈਟ ਹਾਊਸ ਦੇ ਸਾਹਮਣੇ ਐਡਾ ਖਾਲਿਸਤਾਨੀਆਂ ਨੇ ਝੰਡੇ ਵੀ ਲਗਾਏ, ਖਾਲਿਸਤਾਨ ਦੇ ਪੋਸਟਰ ਵੀ ਸੀ ਉਹਨਾਂ ਕੋਲ, ਸਭ ਕੁਝ ਸੀਗਾ, ਪਰ ਅੱਜ ਯਾਨੀ ਕਿ ਤੁਸੀਂ ਕਹਿ ਸਕਦੇ ਹੋ ਕਿ 10 ਦਿਨ ਹੋ ਗਏ, ਪਰ ਇੰਡੀਆ ਨੇ ਅਮਰੀਕਾ ਕੋਲ ਕੋਈ ਪ੍ਰੋਟੈਸਟ ਦੀ ਚਿੱਠੀ ਨਹੀਂ ਭੇਜੀ, ਨਾ ਹੀ ਉਹਨਾਂ ਨੇ ਕੋਈ ਸਟੇਟਮੈਂਟ ਦਿੱਤੀ ਕਿ ਵੀ ਵਾਈਟ ਹਾਊਸ ਦੇ ਬਾਹਰ ਜੋ ਖਾਲਿਸਤਾਨੀਆਂ ਦਾ ਪ੍ਰਦਰਸ਼ਨ ਸੀ, ਜਿੱਦਣ ਦੇਸ਼ ਦੇ ਰਾਸ਼ਟਰਪਤੀ ਵਾਈਟ ਹਾਊਸ ਦੇ ਅੰਦਰ ਸਨ, ਮੀਟਿੰਗਾਂ ਕਰ ਰਹੇ ਸਨ, ਉਹਦੀ ਨਿੰਦਾ ਵੀ ਨਹੀਂ ਕੀਤੀ, ਉਹਦਾ ਨੋਟਿਸ ਵੀ ਨਹੀਂ ਲਿਆ। ਪਰ ਕੈਨੇਡਾ ਦੇ ਵਿੱਚ ਜੋ ਸੰਸਕਾਰ ਵਾਲੇ ਦਿਨ, ਯਾਨੀ ਨਿੱਜਰ ਦੇ ਸਰਕਾਰ ਵਾਲੇ ਦਿਨ ਜੋ ਖਾਲਿਸਤਾਨ ਦੇ ਨਾਅਰੇ ਲੱਗੇ ਔਰ ਝੰਡੇ ਲੱਗੇ, ਉਹਦਾ ਉਹਨਾਂ ਨੇ ਕੈਨੇਡਾ ਕੋਲ ਲਿਖਤੀ ਰੂਪ ਵਿੱਚ ਆਪਣਾ ਰੋਸ ਪ੍ਰਗਟ ਕੀਤਾ ਅਤੇ ਇਹ ਵੀ ਕਿਹਾ ਵੀ ਇਹੋ ਜਿਹੀਆਂ ਜੇ ਗਤੀਵਿਧੀਆਂ ਬੰਦ ਨਾ ਹੋਈਆਂ ਤਾਂ ਸਾਡੇ ਸਬੰਧਾਂ ਵਿੱਚ ਜਿਹੜਾ ਉਹ ਫਰਕ ਪੈ ਸਕਦਾ। ਸੋ ਇਹ ਜਿਹੜੀਆਂ ਦੋ ਪਾਲਿਸੀਆਂ ਅਮਰੀਕਾ ਲਈ ਹੋਰ ਹੈ ਅਤੇ ਕੈਨੇਡਾ ਲਈ ਹੋਰ ਹੈ, ਇਹਦੀ ਵੀ ਸਮਝ ਨਹੀਂ ਆਉਂਦੀ, ਜਾਂ ਇਵੇਂ ਲੱਗਦਾ ਕਿ ਅਮਰੀਕਾ ਜ਼ਿਆਦਾ ਤਕੜਾ ਦੇਸ਼ ਹੈ ਅਤੇ ਕੈਨੇਡਾ ਜਿਹੜਾ ਉਹਨਾਂ ਤਕੜਾ ਦੇਸ਼ ਨਹੀਂ, ਪਰ ਦੋਨੋਂ ਆਪਣੇ ਕਿਸਮ ਦੀਆਂ ਡੈਮੋਕ੍ਰੇਸੀਜ਼ ਹਨ। ਕੈਨੇਡਾ ਥੋੜ੍ਹਾ ਲਿਬਰਲ ਹੈ। ਸੋ ਅਮਰੀਕਾ ਨੂੰ ਕਿਉਂ ਨਹੀਂ ਪ੍ਰੋਟੈਸਟ ਕੀਤਾ ਗਿਆ? ਕਿਉਂਕਿ ਜਿਹੜੇ ਖਾਲਿਸਤਾਨੀਆਂ ਨੇ ਵਾਈਟ ਹਾਊਸ ਦੇ ਬਾਹਰ ਪ੍ਰੋਟੈਸਟ ਕੀਤਾ ਹੈ, ਉਹਨਾਂ ਨੇ ਪਹਿਲੇ ਹੀ ਅਨਾਉਂਸ ਕਰਤਾ ਸੀ 15 ਦਿਨ ਅਮਰੀਕਾ ਵਿੱਚ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਸਮੇਂ ਵਾਈਟ ਹਾਊਸ ਦੇ ਬਾਹਰ ਵੱਡਾ ਪ੍ਰੋਟੈਸਟ ਕਰਨਗੇ। ਚਾਹੇ ਉਹਨਾਂ ਨੇ ਲੱਖਾਂ ਦੀ ਗਿਣਤੀ ਦਿੱਤੀ, ਪਰ ਉੱਥੇ ਤਾਂ ਸੈਂਕੜੇ ਹੀ ਪਹੁੰਚੇ। ਪ੍ਰੋਟੈਸਟ ਬਹੁਤ ਵੱਡਾ ਨਹੀਂ ਸੀ, ਸਿੰਬੋਲਿਕ ਸੀਗਾ, ਪਰ ਜੇਕਰ ਪਹਿਲੇ ਹੀ ਅਨਾਉਂਸਮੈਂਟ ਹੋਈ ਸੀ ਤਾਂ ਇੰਡੀਆ ਨੂੰ ਅਮਰੀਕਾ ਨਾਲ ਗੱਲਬਾਤ ਕਰਨੀ ਚਾਹੀਦੀ ਸੀ ਕਿ ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ ਇਹ ਪ੍ਰੋਟੈਸਟ ਨਹੀਂ ਹੋਣਾ ਚਾਹੀਦਾ ਸੀ। ਉਹਦੀ ਕੋਈ ਗੱਲ ਵੀ ਨਹੀਂ ਕਹੀ ਔਰ ਉਹਦਾ ਪ੍ਰੋਟੈਸਟ ਹੋ ਜਾਣ ਤੋਂ ਬਾਅਦ ਵੀ ਨਾਅਰੇ, ਹਾਲਾਂਕਿ ਉਹਨਾਂ ਨੇ ਬੜੀ ਭੱਦੀ ਭਾਸ਼ਾ ਯੂਜ਼ ਕੀਤੀ ਸਾਡੇ ਪ੍ਰਾਈਮ ਮਿਨਿਸਟਰ ਜੀ ਲਈ, ਜਿਹੜੀ ਕਿ ਅਸੀਂ ਵੀਡੀਓ ਲਾਈ ਉਹਦੇ 'ਚੋਂ ਅਸੀਂ ਕੱਟ ਦਿੱਤੀ, ਕਿਉਂਕਿ ਸਾਡੇ ਤੋਂ ਵੀ ਬਰਦਾਸ਼ਤ ਨਹੀਂ ਹੋਇਆ ਕਿ ਵੀ ਇੰਨੀ ਗੰਦੀ ਭਾਸ਼ਾ ਉਹਨਾਂ ਨੇ ਨਰਿੰਦਰ ਮੋਦੀ ਜੀ ਲਈ ਵਰਤੀ। ਸੋ ਇਹ ਜਿਹੜੀ ਦੋਹਰੀ ਪਾਲਿਸੀ ਹੈ, ਇਸ ਬਾਰੇ ਵੀ ਅਸੀਂ ਤੁਹਾਨੂੰ ਪਰਿਚੈ ਕਰਾ ਰਹੇ ਹਾਂ, ਦੱਸ ਰਹੇ ਹਾਂ। Thank you, Sunita. I have worked in India as an investigative journalist for more than 25 years, and my last investigative story about the murder of a judge, Judge Loya, ended my career as a journalist. I am here actually because I had heard that America upholds freedom of expression, America upholds democracy, America upholds liberty, America upholds secularism, and America is inviting a person who has downplayed all these values back home in India. And right now,
riots are happening there in Manipur for the last 1.5 months, more than 1.5 months. People are getting killed, people are getting displaced. It's an ethnic cleansing that is happening in Manipur. But the Prime Minister of India has chose not to utter a single word about it. I mean, we have seen examples. We have seen examples when a film actor meets with an accident or a film actress suffers because of cold or flu. Narendra Modi tweets about it. But people in Manipur are getting killed, they are getting displaced, ethnic cleansing is happening, but this man has not uttered a single word, neither has he tweeted about it. And this is the situation that is happening. And I'm a journalist, I firmly believe that it is my duty to tell the truth. And today is the situation that the leader of the largest autocratic nation is getting a state welcome. He's going to address the joint session of US Congress, and I'm just appalled that how can this happen? How can United States? I saw an actor working here a few hours before that he is taking Narendra Modi to the crossroads of autocracy and democracy. I mean, is Narendra Modi going to pull Biden to support his autocracy? This is a real question. In last 23 years, this man has not addressed a single press conference. In last 23 years, he does not feel that he is answerable to anybody. And we say that India is the largest democracy. This is not the democracy that my forefathers fought for and got the freedom. This is the book that I wrote about the murder of the judge. And this government is anti-democracy. This government is anti-secularism. It completely downplays the diversity in India. They want uniformity to impose in India, whether it is of language, whether it is of religion, whether it is of culture. Hindi, Hindu, Hindustan is their slogan. And I just do not understand that when my constitution, the first sentence of my constitution says that India is a union of states. We have to respect that sentence, the diversity, the cultural diversity, the linguistic diversity, but nothing is honored by the Prime Minister of India. And it is really, I'm ashamed that such person is getting a state welcome, he's getting a state dinner. So I just don't know what is happening in India. I'm going to go back to India. We have to fight. I don't know what will happen after I return to India, but we have to fight for the democracy. We have to fight for the secularism. Somebody was asking me here that what keeps you going on. When I was brought up in a society which was fearless. I was brought up in a society which was secular, which was liberal, we never considered about religions. And if I want my daughter to live in the same atmosphere, it is I who has to try for it. It is I who has to pay that price. It is I who has to sacrifice for upholding those values. And I can only assure that I'll keep doing that. I'll keep fighting for democracy. I'll keep fighting for secularism. I'll keep fighting for the diversity in India. I do respect that. Thank you very much. और ਇਹ ਮੈਂ ਇੱਥੇ ਦੱਸਣਾ ਜ਼ਰੂਰੀ ਸਮਝਦਾ ਕਿ ਜਿਹੜੀ ਹਰਦੀਪ ਸਿੰਘ ਨਿੱਜਰ ਜੋ ਕਿ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਸੀ ਅਤੇ ਉਹ ਸਿੱਖ ਫਾਰ ਜਸਟਿਸ ਦੇ ਜਿਹੜੀ ਸੰਸਥਾ ਹੈ ਜਿਹਦਾ ਕਿ ਗੁਰਪਤਵੰਤ ਸਿੰਘ ਪੰਨੂ ਮੁਖੀ ਹੈ ਉਹਦੇ ਨੰਬਰ 2 ਹਨ। ਸੋ ਇਹ ਜਿਹੜਾ ਰੋਸ ਤੇ ਪ੍ਰੋਟੈਸਟ ਹੋ ਰਹੇ ਹਨ ਇਹ ਨਿੱਜਰ ਦੀ ਜਿਸ ਤਰ੍ਹਾਂ ਸ਼ੂਟ ਆਊਟ ਹੋਇਆ ਉਸ ਦੇ ਮਾਰੇ ਜਾਣ ਤੋਂ ਬਾਅਦ ਸਿੱਖ ਫਾਰ ਜਸਟਿਸ ਕੋਲ ਜਿੱਥੇ ਜਿੱਥੇ ਉਹਨਾਂ ਕੋਲ ਆਪਣੇ ਸਮਰਥਕ ਹਨ ਉੱਥੇ ਉਹ ਪ੍ਰੋਟੈਸਟ ਕਰ ਰਹੇ ਹਨ ਅਤੇ ਆਪਣਾ ਗੁੱਸਾ ਜਿਹੜੇ ਭਾਰਤ ਦੇ ਦੂਤਾਵਾਸ ਹਨ ਉਹਨਾਂ 'ਤੇ ਕੱਢ ਰਹੇ ਹਨ। ਤੁਸੀਂ ਪਹਿਲੇ ਵੀ ਦੇਖਿਆ ਹੋਣਾ ਕਿ ਜਦੋਂ ਅੰਮ੍ਰਿਤਪਾਲ ਸਿੰਘ ਨੂੰ ਜੋ ਕਿ ਵਾਰਿਸ ਪੰਜਾਬ ਦੇ ਮੁਖੀ ਹਨ
ਉਹਨਾਂ ਨੂੰ ਅਰੈਸਟ ਕੀਤਾ ਗਿਆ ਤਾਂ ਵੀ ਸਾਨ ਫਰਾਂਸਿਸਕੋ ਅਤੇ ਯੂਕੇ ਵਿੱਚ ਇੰਡੀਅਨ ਹਾਈ ਕਮਿਸ਼ਨ 'ਤੇ ਹਮਲਾ ਹੋਇਆ ਔਰ ਅਵਤਾਰ ਸਿੰਘ ਖੰਡਾ ਜਿਹੜੇ ਕਿ ਖਾਲਿਸਤਾਨ ਕਮਾਂਡਰ ਫੋਰਸ ਦੇ ਮੁਖੀ ਹਨ ਅਤੇ ਹੁਣ ਉਹਨਾਂ ਦਾ ਦੇਹਾਂਤ ਹੋ ਚੁੱਕਾ ਹੈ, ਉਹਨਾਂ ਨੇ ਜਾ ਕੇ ਜਿਹੜਾ ਇੰਡੀਅਨ ਹਾਈ ਕਮਿਸ਼ਨ ਦਾ ਦਫ਼ਤਰ ਹੈ ਲੰਡਨ ਵਿੱਚ, ਉਹਦੇ ਬਾਹਰ ਲੱਗਿਆ ਹੋਇਆ ਜਿਹੜਾ ਨੈਸ਼ਨਲ ਫਲੈਗ ਸੀ ਉਹਨੂੰ ਚੱਕ ਕੇ ਥੱਲੇ ਸਿੱਟਤਾ ਔਰ ਉੱਥੇ ਉਹਨਾਂ ਨੇ ਵੈਂਡਲਿਜ਼ਮ ਕੀਤਾ, ਜੋ ਕੋਈ ਛੋਟੀ ਮੋਟੀ ਤੋੜ ਭੰਨ ਦੀ ਕਾਰਵਾਈ ਕਰ ਸਕਦੇ ਸੀ। ਔਰ ਉਸ ਤੋਂ ਥੋੜ੍ਹੇ ਦਿਨਾਂ ਬਾਅਦ ਹੀ, ਮਹੀਨੇ ਬਾਅਦ 2 ਮਹੀਨੇ ਬਾਅਦ ਉਹਨਾਂ ਦੀ ਜਿਹੜੀ ਹੁਣ ਹੋਈ ਹੈ ਗੈਰ ਜਿਹਨੂੰ ਕਹਿ ਸਕਦੇ ਹਾਂ ਸ਼ੱਕੀ, ਉਹਨਾਂ ਦਾ ਦੇਹਾਂਤ ਹੋਇਆ। ਇਹ ਜਿਹੜੇ 3 ਕਿਲਿੰਗਸ ਹੋਈਆਂ ਖਾਲਿਸਤਾਨੀਆਂ ਦੀ, ਸਭ ਤੋਂ ਪਹਿਲੇ ਹੋਈ ਹੈ ਪਰਮਜੀਤ ਸਿੰਘ ਪੰਜਵੜ ਦੀ, ਔਰ ਜੋ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਸਨ ਅਤੇ ਬੜੇ ਲੰਬੇ ਸਮੇਂ ਤੋਂ ਉਹ ਪਾਕਿਸਤਾਨ 'ਚ ਰਹਿ ਰਹੇ ਸੀ ਅਤੇ ਲਾਹੌਰ ਦੇ ਬਿਲਕੁਲ ਵਿੱਚ ਇੱਕ ਸਨਫਲਾਵਰ ਕਲੋਨੀ ਹੈ, ਉਸ ਵਿੱਚ ਉਹਨਾਂ ਕੋਲ ਘਰ ਸੀਗਾ ਅਤੇ ਉਹਨਾਂ ਦੀ ਹੋਈ। ਫਿਰ ਉਹਦੇ ਬਾਅਦ ਅਵਤਾਰ ਸਿੰਘ ਖੰਡਾ ਦੀ, ਉਸ ਤੋਂ ਬਾਅਦ ਹੁਣ ਜੋ ਹਰਦੀਪ ਸਿੰਘ ਨਿੱਜਰ ਦੀ ਹੋਈ। ਸੋ ਇਹ ਜਿਹੜੀ ਹੋਈਆਂ 3 ਕਿਲਿੰਗ, ਇਹਨਾਂ ਨੂੰ ਖਾਲਿਸਤਾਨੀ ਇਹ ਸਮਝਦੇ ਕਿ ਜਿਹੜੀਆਂ ਭਾਰਤ ਦੀਆਂ ਏਜੰਸੀਆਂ ਉਹਨਾਂ ਨੇ ਜੋ ਨਿਊਟਰਲਾਈਜੇਸ਼ਨ ਦੀ ਸਕੀਮ ਬਣਾਈ ਹੈ ਕਿ ਇਹਨਾਂ ਨੂੰ ਐਸਤਾ ਐਸਤਾ ਖਤਮ ਕਰਦੇ ਜੋ, ਉਹਦੇ ਅਧੀਨ ਉਹਨਾਂ ਵੱਲੋਂ ਮਾਰੇ ਜਾਣ ਦਾ ਖਾਲਿਸਤਾਨੀ ਸ਼ੱਕ ਪ੍ਰਗਟਾਉਂਦੇ ਹਨ। ਔਰ ਇਸੇ ਸਿਲਸਿਲੇ ਵਿੱਚ ਪੰਜਾਬ ਵਿੱਚ, ਯਾਨੀ ਇੰਡੀਆ ਵਿੱਚ, ਪੰਜਾਬ ਵਿੱਚ ਅੰਮ੍ਰਿਤਸਰ ਵਿੱਚ ਵੀ 1 ਜੁਲਾਈ ਨੂੰ ਇੱਕ ਵੱਡਾ ਪ੍ਰੋਟੈਸਟ, 100 ਬੰਦਿਆਂ ਦਾ ਜਿਹੜਾ ਪ੍ਰੋਟੈਸਟ ਮਾਰਚ ਸੀ, ਉਹ ਇੱਕ ਇੰਡੀਆ ਦੀ ਏਜੰਸੀ ਦੇ ਦਫ਼ਤਰ ਵੱਲ ਵੱਧ ਰਿਹਾ ਸੀ, ਜਿਸ ਉੱਪਰ ਸ਼ੱਕ ਕੀਤਾ ਜਾਂਦਾ ਹੈ। ਔਰ ਪਹਿਲੀ ਵਾਰੀ ਹੋਇਆ ਕਿ ਉਹਨਾਂ ਨੇ ਜੋ ਸਾਡੀ ਰਿਸਰਚ ਐਂਡ ਐਨਾਲਿਸਿਸ ਵਿੰਗ ਸਪਾਈਂਗ ਦੀ ਏਜੰਸੀ ਹੈ, ਖੁਫੀਆ ਏਜੰਸੀ ਹੈ, ਜੋ ਵਿਦੇਸ਼ਾਂ ਵਿੱਚ ਐਂਬੈਸੀਆਂ ਵਿੱਚ ਰਹਿ ਕੇ ਉਹ ਵਿਦੇਸ਼ਾਂ 'ਚ ਜਿਹੜੇ ਖੁਫੀਆ ਕਾਰਜ ਕਰਦੀਆਂ ਹਨ, ਉਹਦੇ ਉੱਤੇ ਸ਼ੱਕ ਸੀਗਾ ਅਤੇ ਉਹਦੇ ਦਫ਼ਤਰ ਦੇ ਵੱਲ ਜਾ ਰਹੇ ਸੀ ਤਾਂ ਉਹਨਾਂ ਨੂੰ ਉਹ ਹੈਰੀਟੇਜ ਸਟਰੀਟ ਤੋਂ ਵੀ ਬਾਹਰ ਨਹੀਂ ਆਉਣ ਦਿੱਤਾ ਗਿਆ ਅਤੇ ਪਹਿਲੇ ਹੀ ਅਰੈਸਟ ਕਰ ਲਿਆ ਗਿਆ। ਸੋ ਅੱਜ ਦੀ ਚਰਚਾ ਵਿੱਚ ਅਖੀਰ ਵਿੱਚ ਮੈਂ ਇੱਕ ਹੋਰ ਗੱਲ ਕਹਿਣੀ ਹੈ, ਰਿਪੀਟ ਹੀ ਕਰ ਰਿਹਾ ਹਾਂ ਕਿ ਭਾਰਤ ਸਰਕਾਰ ਦੀ ਦੋਗਲੀ ਪਾਲਿਸੀ ਹੈ। ਖਾਲਿਸਤਾਨੀਆਂ ਦੇ ਮਸਲੇ ਵਿੱਚ ਕੈਨੇਡਾ ਬਾਰੇ ਪਾਲਿਸੀ ਹੋਰ ਹੈ ਅਤੇ ਖਾਲਿਸਤਾਨੀਆਂ ਦੇ ਮਸਲੇ ਬਾਰੇ ਅਮਰੀਕਾ ਬਾਰੇ ਪਾਲਿਸੀ ਹੋਰ ਹੈ। ਭਾਰਤ ਅਮਰੀਕਾ ਤੋਂ ਕੁਝ ਝਿਜਕਦਾ ਹੈ ਕਿਉਂਕਿ ਉਹ ਤਾਕਤਵਰ ਮੁਲਕ ਹੈ। ਇਸ ਚਰਚਾ ਨੂੰ ਇੱਥੇ ਖਤਮ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਇਹ ਚਰਚਾ ਤੁਹਾਨੂੰ ਪਸੰਦ ਆਏਗੀ। ਤੁਸੀਂ ਇਸ ਨੂੰ ਆਪਣੇ ਸੰਬੰਧੀਆਂ ਮਿੱਤਰਾਂ ਨਾਲ ਸਾਂਝੀ ਕਰੋਗੇ ਅਤੇ ਇਸ ਨੂੰ ਸਾਡੇ ਚੈਨਲ ਨੂੰ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਅੰਮ੍ਰਿਤ ਪ੍ਰਸਾਰ ਨੂੰ ਸਬਸਕ੍ਰਾਈਬ ਹੀ ਕਰੋ। ਸਤਿ ਸ੍ਰੀ ਅਕਾਲ, ਧੰਨਵਾਦ।